So, students, in this session, we are going to start with the topic sex of the baby, or we can say that how sex is determined, right? So, students, ਅਸੀਂ ਕਿਸੇ ਵੀ ਹਿਊਮਨ ਬੀਇੰਗ ਦੀ ਗੱਲ ਕਰੀਏ ਬਿਕੋਜ਼ ਅਸੀਂ ਹਿਊਮਨ ਰੀਪਰੋਡਕਸ਼ਨ ਪੜ੍ਹ ਰਹੇ ਹਾਂ ਤਾਂ ਸਾਡੇ ਜਿੰਨੇ ਵੀ ਸੈਲਸ ਹੁੰਦੇ ਨੇ ਦੇ ਕੰਟੇਨ 46 chromosomes, right? Out of that 46 chromosome, 44 are called as autosomes, right? Which determines our characters like height, hair color, eye shaped, eye color, right? So different characters are determined these autosomes, right? Out of that 46, two chromosomes, they are called as sex chromosome, which determine the sex of an individual, whether it is a boy or a girl, right? So ਜਿਹੜੇ ਸਟੂਡੈਂਟਸ ਹਿਊਮਨਸ ਦੇ ਕੇਸ 'ਚ ਫੀਮੇਲਸ ਹੁੰਦੀਆਂ ਨੇ ਦੇ ਕੰਟੇਨਸ XX chromosome, ਜਿਹੜੇ ਦੋ ਸੈਕਸ ਕ੍ਰੋਮੋਸੋਮ ਹੁੰਦੇ ਦੇ ਆਰ ਸੇਮ XX, ਵੇਅਰ ਐਜ਼ ਇਨ ਕੇਸ ਆਫ ਮੇਲਸ ਜਿਹੜੇ ਦੋ ਸੈਕਸ ਕ੍ਰੋਮੋਸੋਮ ਹੁੰਦੇ ਦੇ ਆਰ ਡਿਫਰੈਂਟ X ਐਂਡ Y. ਸੋ ਇਹਦੇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਦੋਂ ਫੀਮੇਲਸ ਦੇ ਕੇਸ ਦੇ ਵਿੱਚ ਐਗ ਪ੍ਰੋਡਿਊਸ ਹੁੰਦੇ ਨੇ ਦੇ ਆਲਵੇਜ਼ ਕੰਟੇਨ X chromosome, ਵੇਅਰਐਜ਼ ਫਾਦਰ ਦੇ ਵਿੱਚ ਜਦੋਂ ਜਾਂ ਬॉय ਦੇ ਵਿੱਚ ਜਦੋਂ ਸਪਰਮਸ ਪ੍ਰੋਡਿਊਸ ਹੁੰਦੇ ਨੇ 50% ਚਾਂਸਿਸ ਨੇ 50% ਜਿਹੜੇ ਨੇ ਉਹ ਸਪਰਮਸ ਕੈਰੀ X chromosome ਤੇ 50% ਆਫ ਦਾ ਸਪਰਮ ਕੈਰੀ Y chromosome. ਸੋ ਇੱਥੇ ਇੱਕ ਅਸੀਂ ਕ੍ਰਾਸ ਨਾਲ ਦੇਖਦੇ ਹਾਂ, ਪੇਰੈਂਟਸ ਨੇ ਫਾਦਰ ਹੈ ਮਦਰ ਹੈ, 44 ਹੇਅਰ ਆਰ ਆਟੋਸੋਮਸ, XY sex chromosome, 44 here are autosomes and sex chromosome. ਜਦੋਂ ਗੈਮੀਟਸ ਪੈਦਾ ਹੋਣਗੇ ਸਾਨੂੰ ਇਹ ਪਤਾ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਗੈਮੀਟਸ ਦੇ ਵਿੱਚ ਹਾਫ ਦਾ ਨੰਬਰ ਆਫ ਕ੍ਰੋਮੋਸੋਮਸ ਹੁੰਦੇ ਨੇ ਐਜ਼ ਕੰਪੇਅਰ ਟੂ ਬੋਡੀ ਸੈਲਸ. ਤਾਂ ਦੇਖੋ ਦੋ ਗੈਮੀਟਸ ਬਣੇ ਦੋ ਤਰ੍ਹਾਂ ਦੇ, ਅਸੀਂ ਕਹਿ ਸਕਦੇ ਹਾਂ 22 + X 22 + Y. ਇੱਧਰ ਦੋਨਾਂ ਕੋਲ XX ਹੋ ਗਿਆ. ਜਦੋਂ ਅਸੀਂ ਇਹ ਕ੍ਰਾਸ ਡਰਾ ਕਰਾਂਗੇ, ਸਪੋਜ਼ ਅਸੀਂ ਇਹਦੇ ਫਸਟ ਨੂੰ ਇਹਦੇ ਫਸਟ ਨਾਲ ਡਰਾ ਕਰਦੇ, ਕੀ ਹੋਏਗਾ 22 + 22 44 XX ਗਰਲ ਹੋ ਗਈ, ਤਾਂ ਬੇਬੀ ਗਰਲ. ਤਿਵੇਂ ਬੇਬੀ ਬॉय, ਬੇਬੀ ਗਰਲ, ਬੇਬੀ ਬॉय. ਅਸੀਂ ਚਾਰਾਂ ਨੂੰ ਕ੍ਰਾਸ ਕੀਤਾ, ਇਹਦੇ ਫਸਟ ਨੂੰ ਇਹਦੇ ਫਸਟ ਨਾਲ ਕਰ ਲਓ, ਇਹਦੇ ਫਸਟ ਨੂੰ ਇਹਦੇ ਸੈਕਿੰਡ ਨਾਲ ਕਰ ਲਓ, ਇਹਦੇ ਸੈਕਿੰਡ ਨੂੰ ਇਹਦੇ ਫਸਟ ਨਾਲ, ਇਹਦੇ ਸੈਕਿੰਡ ਨੂੰ ਇਹਦੇ ਸੈਕਿੰਡ ਨਾਲ. ਸੋ 4 ਟਾਈਪਸ ਆਫ ਅਸੀਂ ਕਹਿ ਸਕਦੇ ਪ੍ਰੋਬੇਬਿਲਿਟੀ ਕੀ ਹੈ 50% ਬॉय 50% ਗਰਲ. ਸਟੂਡੈਂਟਸ ਦੇਖੋ, in our society lady is always held responsible for not giving birth to a baby boy, right? But ਹੁਣ ਫੀਮੇਲ ਦੇ ਹੱਥ ਵਿੱਚ ਤਾਂ ਕੁਛ ਵੀ ਨਹੀਂ ਹੈ. ਦਿਸ ਜਿਹੜਾ ਬॉय ਦਾ ਸੈਕਸ ਕ੍ਰੋਮੋਸੋਮ ਹੈ ਦੈਟ ਇਜ਼ Y, ਉਹ ਤਾਂ ਮੇਲਸ ਵਿੱਚ ਹੈ, ਤਾਂ ਫੀਮੇਲ ਕੋ ਤਾਂ ਹੈ ਹੀ X ਹੈ. ਫੀਮੇਲ ਦੇ ਐਗ ਨੇ ਤਾਂ ਹਮੇਸ਼ਾ X ਹੀ ਲੈ ਕੇ ਆਉਣਾ ਹੈ. ਸਪਰਮ ਹੈ, ਅਗਰ 50% ਪ੍ਰੋਬੇਬਿਲਿਟੀ X ਦੀ 50 Y ਦੀ, ਜੇ Y ਆ ਗਿਆ ਤਾਂ ਬॉय ਹੋ ਜਾਏਗਾ, ਜੇ X ਆ ਗਿਆ ਤਾਂ ਗਰਲ ਹੋ ਜਾਏਗੀ. So it depends on the male, not on the female, right? ਨੈਕਸਟ ਟੌਪਿਕ ਜਿਹੜਾ ਅਸੀਂ ਸਟਾਰਟ ਕਰਨ ਜਾ ਰਹੇ ਸਟੂਡੈਂਟਸ ਉਹ ਹੈ ਐਮਬ੍ਰਿਓਨਿਕ ਡਿਵੈਲਪਮੈਂਟ. ਅਸੀਂ ਆਪਣੀ ਲਾਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਸਟੂਡੈਂਟਸ, ਜਿਹੜੇ ਮੇਲ ਅਤੇ ਫੀਮੇਲ ਗਮੀਟ ਹੁੰਦੇ ਨੇ ਉਹ ਜੁੜਦੇ ਨੇ, ਦੇ ਫਿਊਜ਼ਸ, ਫਰਟੀਲਾਈਜੇਸ਼ਨ ਪੜ੍ਹੀ ਹੈ ਨਾ, ਉਸ ਤੋਂ ਬਾਅਦ ਕੀ ਬਣਦਾ ਜ਼ਾਈਗੋਟ. ਹੁਣ ਜ਼ਾਈਗੋਟ ਦਾ ਅੱਗੇ ਕੀ ਹੁੰਦਾ ਸੀ ਉਹ ਪੜ੍ਹਨ ਜਾ ਰਹੇ ਹਾਂ. ਓਕੇ, ਫਸਟ ਆਫ ਆਲ where does fertilization takes place? ਕਿੱਥੇ ਹੁੰਦੀ ਹੈ fertilization? It takes place in ampullary isthmic junction of fallopian tube. fallopian tube ਦਾ ਦੇ ਵਿੱਚ ਇੱਕ ਪਾਰਟ ਹੁੰਦਾ ਐਂਪੂਲਾ, ਇੱਕ ਹੁੰਦਾ ਇਸਥਮਸ, ਦੋਨੋਂ ਜਿੱਥੇ ਜੁੜਦੇ ਨੇ ਉਹਨੂੰ ਜੰਕਸ਼ਨ ਕਹਿੰਦੇ, ਉੱਥੇ ਹੁੰਦੀ ਹੈ ਫਰਟੀਲਾਈਜੇਸ਼ਨ ਅਤੇ ਜ਼ਾਈਗੋਟ ਬਣ ਜਾਂਦਾ ਹੈ. ਫਿਰ ਸ਼ੁਰੂ ਹੁੰਦੀ ਹੈ ਸਟੂਡੈਂਟਸ ਜ਼ਾਈਗੋਟ ਦੀ ਕਲੀਵੇਜ, ਅਤੇ ਅੱਗੇ ਕੀ ਬਣਦਾ ਐਂਬਰੀਓ. ਠੀਕ ਹੈ ਜੀ. ਸੋ ਕਲੀਵੇਜ ਕੀ ਹੈ? ਕਲੀਵੇਜ ਇੱਕ ਤਰ੍ਹਾਂ ਦੀ ਮਾਈਟੋਟਿਕ ਡਿਵੀਜ਼ਨ ਹੈ, ਜਿਵੇਂ ਮਾਈਟੋਸਿਸ ਹੁੰਦੀ ਹੈ, ਜ਼ਾਈਗੋਟ ਦੀ ਡਿਵੀਜ਼ਨ ਹੁੰਦੀ ਹੈ. ਜ਼ਾਈਗੋਟ ਜਿਹੜਾ ਆਪ ਹੈ ਉਹ ਸਿੰਗਲ ਸੈਲੂਲਰ ਹੁੰਦਾ ਨਾ, ਸਿੰਗਲ ਸੈਲਡ ਹੁੰਦਾ, ਤਾਂ ਸਿੰਗਲ ਸੈਲਡ ਜ਼ਾਈਗੋਟ ਤੋਂ ਮਲਟੀ ਸੈਲੂਲਰ ਸਟਰਕਚਰ ਬਣਾਉਣ ਦੇ ਪ੍ਰੋਸੈਸ ਨੂੰ ਅਸੀਂ ਕਲੀਵੇਜ ਕਹਿੰਦੇ ਹਾਂ. ਕਿਵੇਂ ਹੋਏਗੀ? ਇੱਕ ਸੈੱਲ ਹੈ ਜਿਵੇਂ, ਉਹ ਡਿਵਾਈਡ ਕੀਤਾ 2 ਸੈੱਲ ਬਣ ਗਏ, 2 ਡਿਵਾਈਡ ਕੀਤੇ 4 ਬਣ ਗਏ, 4 ਡਿਵਾਈਡ ਕੀਤੇ 8 ਬਣ ਗਏ. ਸੋ ਇੱਕ ਜ਼ਾਈਗੋਟ ਤੋਂ, ਇੱਕ ਸਿੰਗਲ ਸੈਲਡ ਜ਼ਾਈਗੋਟ ਤੋਂ ਮਲਟੀ ਸੈਲੂਲਰ ਸਟਰਕਚਰ ਬਲਾਸਟੂਲਾ ਜਾਂ ਬਲਾਸਟੋਸਿਸਟ ਬਣੇਗਾ. ਅਸੀਂ ਉਸ ਪ੍ਰੋਸੈਸ ਨੂੰ ਕਲੀਵੇਜ ਕਹਿੰਦੇ ਹਾਂ, ਰਾਈਟ? ਸੋ ਹੁਣ ਅਸੀਂ ਪ੍ਰੋਸੈਸ ਆਫ ਕਲੀਵੇਜ ਦੇਖਾਂਗੇ ਕਿਵੇਂ ਹੁੰਦਾ. ਫਸਟ ਆਫ ਆਲ ਸਟੂਡੈਂਟ, ਜਿਸ ਦਿਨ ਫਰਟੀਲਾਈਜੇਸ਼ਨ ਹੋਈ 30 ਆਵਰਸ ਬਾਅਦ, ਫਰਟੀਲਾਈਜੇਸ਼ਨ ਹੋਣ ਤੋਂ 30 ਆਵਰਸ ਬਾਅਦ ਫਸਟ ਕਲੀਵੇਜ ਟੇਕਸ ਪਲੇਸ. ਆਫਟਰ ਫਸਟ ਕਲੀਵੇਜ ਸਿੰਗਲ ਸੈਲਡ ਜ਼ਾਈਗੋਟ ਇਜ਼ ਕਨਵਰਟਡ ਇਨਟੂ 2 ਸੈਲਡ ਸਟਰਕਚਰ. ਦੋ ਜਿਹੜੇ ਸੈਲਸ ਬਣਦੇ ਨੇ ਉਹਨਾਂ ਨੂੰ ਬਲਾਸਟੋਮੀਅਰਸ ਕਹਿੰਦੇ ਨੇ. ਵਨ ਸੈਲ ਇਜ਼ ਸਲਾਈਟਲੀ ਲਾਰਜਰ, ਅਦਰ ਇਜ਼ ਸਲਾਈਟਲੀ ਸਮੋਲਰ. ਸੈਕਿੰਡ ਕਲੀਵੇਜ ਜਿਹੜੀ ਸਟੂਡੈਂਟਸ ਉਹ 40 ਘੰਟਿਆਂ ਬਾਅਦ ਹੁੰਦੀ ਹੈ. ਓਬਵੀਅਸਲੀ ਇੱਕ ਸੈਲ ਤੋਂ 2 ਬਣੇ, 2 ਤੋਂ 4. ਥਰਡ ਕਲੀਵੇਜ 3 ਡੇਜ਼, ਅਬਾਊਟ 3 ਡੇਜ਼ ਦੇ ਵਿੱਚ ਹੁੰਦੀ ਹੈ, 3 ਡੇਜ਼ ਬਾਅਦ ਹੁੰਦੀ ਹੈ. ਉਦੋਂ 8 ਸੈਲਸ ਬਣ ਜਾਣ. 1 ਸੈਲ ਤੋਂ 2 ਸੈਲ, 2 ਤੋਂ 4, 4 ਤੋਂ
8 थर्ड क्लीवेज होगी स्टूडेंट्स। तो जिन्नियां भी स्टूडेंट्स अर्ली क्लीवेजिज होंदियां जिवें आपां 1 सैल तो 2 सैल पढ़िया 2 तो 4 पढ़िया इहदे विच हौली हौली जिहड़ा जायगोट एम्ब्रीओ कहांगी मैं हुण एम्ब्रीओ है हौली हौली फैलोपियन ट्यूब तो यूट्रस वाल नूं मूव कर रहा। सो देखो जायगोट क्लीवेज हुई 2 सैल क्लीवेज हुई 4 सैल। सो तुसीं देखो हौली हौली जायगोट की जिहड़ी क्लीवेज हो रही है। दैन आ गया फॉर्मेशन ऑफ मोरूला 4 सैल बन गए सी अगे 8 तो 16 बनने 8 to 16 सैल्ड जिहड़ी स्टेज है बॉल की तरह की है वो 4th डे ते एंड ते बनती है असीं उहनूं मोरूला कहने राइट। सो मोरूला जिहड़ा है उन्हें हौली हौली अपना रस्ता बना रहा है टूवर्ड्स द यूट्रस। ठीक है जी किवें ਜਿਹੜੀ ਸਾਡੀ ਫਿਲੋਪੀਅਨ ਟਿਊਬਸ ਹੁੰਦੀਆਂ ਸਟੂਡੈਂਟਸ ਉਹਦੇ ਵਿੱਚ ਸੀਲੀਆ ਹੁੰਦੇ ਆ ਮੂਵ ਕਰਦੇ ਆ ਨਾ ਸੀਲੀਆ। ਸੋ ਹੌਲੀ ਹੌਲੀ ਇਸ ਚੀਜ਼ ਨੂੰ ਅੱਗੇ ਵੱਲ ਨੂੰ ਮੂਵ ਕਰਾ ਰਹੇ ਉਹ ਕਰਦੇ ਨੇ ਪੈਰੀਸਟੈਲਿਕ ਮੂਵਮੈਂਟ ਕੰਟਰੈਕਸ਼ਨ ਰਿਲੈਕਸੇਸ਼ਨ। ਠੀਕ ਹੈ ਜੀ। ਸੋ ਇਸ ਸਟੇਜ 'ਤੇ ਜਿਹੜਾ ਮੋਰੂਲਾ ਹੈ 8 to 16 ਸੈਲ ਉਹ ਸਾਨੂੰ ਥੋੜਾ ਮਲਬਰੀ ਵਰਗਾ ਲੱਗਦਾ। ਮਲਬਰੀ ਸਟੂਡੈਂਟਸ ਇੱਕ ਫਰੂਟ ਹੁੰਦਾ ਸ਼ਹਿਤੂਤ ਦੇ ਪੇੜ 'ਤੇ ਉੱਗਦਾ ਸੋ ਮਲਬਰੀ ਵਰਗਾ ਲੱਗਦਾ ਇਸ ਕਰਕੇ ਉਹਨੂੰ ਮੋਰੂਲਾ ਕਹਿੰਦੇ ਨੇ। ਤਾਂ ਹੌਲੀ ਹੌਲੀ ਉਹ ਮੂਵ ਕਰਕੇ ਕਿੱਥੇ ਪਹੁੰਚ ਗਿਆ ਹੌਲੀ ਹੌਲੀ ਮੂਵ ਕਰਕੇ ਪਹੁੰਚ ਰਿਹਾ ਇਨ ਦਾ ਯੂਟਰਸ। ਇਸ ਸਟੇਜ 'ਤੇ ਜਿਹੜਾ ਮੋਰੂਲਾ ਹੈ ਉਹਦੀ ਬਾਹਰਲੀ ਆਪਾਂ ਉਹ ਪੜ੍ਹ ਕੇ ਆਏ ਹੋਏ ਹਾਂ ਸਟਰਕਚਰ ਆਫ ਸੈਕੰਡਰੀ ਓਸਾਈਟ ਉਹਦੇ ਬਾਹਰ ਕਰੋਨਾ ਰੇਡੀਏਟਾ ਅੰਦਰ ਜ਼ੋਨਾ ਪੈਲੂਸਿਡਾ ਇਸ ਸਟੇਜ ਤੱਕ ਆਉਂਦੇ ਆਉਂਦੇ ਕਰੋਨਾ ਰੇਡੀਏਟਾ ਪੂਰੀ ਖਤਮ ਹੋ ਗਈ ਸ਼ੈੱਡ ਹੋ ਗਈ ਗਿਰ ਗਈ ਝੜ ਗਈ ਕਹਿ ਲਓ ਤੇ ਪਰ ਜ਼ੋਨਾ ਪੈਲੂਸਿਡਾ ਹਜੇ ਵੀ ਪ੍ਰੈਜ਼ੈਂਟ ਹੈ। ਨੈਕਸਟ ਆ ਗਈ ਸਾਡੇ ਕੋਲ ਫਾਰਮੇਸ਼ਨ ਆਫ ਬਲਾਸਟੋਸਿਸਟ। ਸੋ ਜਿਹੜਾ ਮੋਰੂਲਾ ਬਣ ਚੁੱਕਾ ਹੈ ਇਹ ਦੇਖੋ 8 to 16 ਸੈਲ ਸਟੇਜ ਬਣ ਚੁੱਕੀ ਹੈ। ਉਸ ਤੋਂ ਬਾਅਦ ਉਹਦੇ ਸੈਲਸ ਦੀ ਸਟੂਡੈਂਟ ਸ਼ੁਰੂ ਹੁੰਦੀ ਕੰਪੈਕਸ਼ਨ। ਕੰਪੈਕਟ ਹੋਣਾ ਮੀਨਸ ਕਿਸੇ ਚੀਜ਼ ਦਾ ਸੁੰਗੜਨਾ। ਸੋ ਜਦੋਂ ਉਹਦੀ ਕੰਪੈਕਸ਼ਨ ਸ਼ੁਰੂ ਹੁੰਦੀ ਹੈ 2 types of cells are formed outer cell which are called as peripheral cell inner cell mass। peripheral cell bit smaller ਨੇ inner cell mass larger ਨੇ। ਹੁਣ ਅੱਗੇ ਪੈਰੀਫਰਲ ਸੈੱਲ ਤੇ ਇਨਰ ਸੈੱਲ ਮਾਸ ਤੋਂ ਕੀ ਹੋਏਗਾ ਜਿਹੜੇ ਪੈਰੀਫਰਲ ਸੈੱਲਸ ਨੇ ਦੇ ਬਿਕਮ ਟ੍ਰੋਫੋਬਲਾਸਟਿਕ ਸੈੱਲਸ ਉਹਨਾਂ ਤੋਂ ਅੱਗੇ ਟ੍ਰੋਫੋਬਲਾਸਟ ਸੈੱਲ ਬਣ ਜਾਣਗੇ ਜਿਹੜੇ ਕਿ ਲੇਟਰ ਔਨ ਐਕਸਟਰਾ ਐਮਬ੍ਰੀਓਨਿਕ ਮੈਂਬਰੇਨ ਤੇ ਪਾਰਟ ਆਫ ਪਲੇਸੈਂਟਾ ਬਣਾਉਣਗੇ। ਐਕਸਟਰਾ ਐਮਬ੍ਰੀਓਨਿਕ ਮੈਂਬਰੇਨ ਆਪਾਂ ਨੈਕਸਟ ਟੌਪਿਕ ਪੜ੍ਹਨਾ ਹੈ ਜਿਹੜਾ ਫੀਟਸ ਹੈ ਬੱਚਾ ਹੈ ਐਮਬ੍ਰੀਓ ਉਹਦੇ ਬਾਹਰ 4 ਮੈਂਬਰੇਨਸ ਹੁੰਦੀਆਂ ਸਟੂਡੈਂਟਸ ਉਹਨਾਂ ਨੂੰ ਐਕਸਟਰਾ ਐਮਬ੍ਰੀਓਨਿਕ ਮੈਂਬਰੇਨ ਕਹਿੰਦੇ ਆ ਉਹ ਇਹਨਾਂ ਤੋਂ ਬਣਦੀਆਂ ਪੈਰੀਫਰਲ ਸੈੱਲ ਤੋਂ। ਤੇ ਜਿਹੜੇ ਅੰਦਰ ਸੈੱਲ ਨੇ ਉਹ ਐਮਬ੍ਰੀਓ ਪ੍ਰੋਪਰ ਬਣਾਉਣਗੇ ਤੇ ਕੁਝ ਪਾਰਟ ਐਕਸਟਰਾ ਐਮਬ੍ਰੀਓਨਿਕ ਮੈਂਬਰੇਨ ਦਾ ਰਾਈਟ। ਟ੍ਰੋਫੋਬਲਾਸਟ ਸੈੱਲ ਕੀ ਐਬਜ਼ੌਰਬ ਕਰ ਰਹੇ ਨੇ ਫਲੂਇਡ ਸਕਰੀਟ ਵੀ ਕਰਦੇ ਨੇ ਐਬਜ਼ੌਰਬ ਵੀ ਕਰਦੇ ਨੇ ਤੇ ਉਹਦੇ ਅੰਦਰ ਇੱਕ ਕੈਵਿਟੀ ਬਣ ਜਾਂਦੀ ਹੈ ਖਾਲੀ ਕੈਵਿਟੀ ਖਾਲੀ ਜਗ੍ਹਾ ਕਹਿ ਲਓ ਔਰ ਉਸ ਕੈਵਿਟੀ ਨੂੰ ਬਲਾਸਟੋਸੀਲ ਕਿਹਾ ਜਾਂਦਾ ਹੈ ਔਰ ਇਹ ਜਿਹੜਾ ਸਟਰਕਚਰ ਬਣ ਗਿਆ ਇਹਨੂੰ ਬਲਾਸਟੋਸਿਸਟ ਕਿਹਾ ਜਾਂਦਾ ਹੈ। ਡਾਇਗਰਾਮ 'ਚ ਦੇਖ ਲਓ ਕੁਝ ਅੰਦਰਲੇ ਸੈੱਲ ਨੇ ਕੁਝ ਬਾਹਰਲੇ ਸੈੱਲ ਨੇ ਔਰ ਬਾਹਰਲੇ ਸੈੱਲ ਨੇ ਹੌਲੀ ਹੌਲੀ ਟ੍ਰੋਫੋਬਲਾਸਟ ਨੇ ਨਾ ਉਹਨਾਂ ਨੇ ਹੌਲੀ ਹੌਲੀ ਐਕਸਟਰਾ ਐਮਬ੍ਰੀਓਨਿਕ ਮੈਂਬਰੇਨ ਬਣਾਉਣੀ ਹੈ ਅੰਦਰ ਵਾਲਿਆਂ ਨੇ ਐਮਬ੍ਰੀਓ ਡਿਵੈਲਪ ਕਰਾ ਦੇਣਾ ਪ੍ਰੋਪਰ ਤੇ ਨਾਲ ਕੁਝ ਪਾਰਟ ਆਫ ਐਕਸਟਰਾ ਐਮਬ੍ਰੀਓਨਿਕ ਮੈਂਬਰੇਨਸ ਰਾਈਟ। ਸੋ ਬਲਾਸਟੋਸਿਸਟ ਫਾਰਮ ਹੋ ਗਿਆ। ਅਸੀਂ ਇਸ ਤੋਂ ਅਗਲੀ ਸਟੇਜ ਪੜ੍ਹਨ ਤੋਂ ਪਹਿਲਾਂ ਕਿ ਬਲਾਸਟੋਸਿਸਟ ਤੋਂ ਬਾਅਦ ਕੀ ਹੋਏਗਾ ਅਸੀਂ ਕਲੀਵੇਜ ਦੀ ਸਿਗਨੀਫਿਕੈਂਸ ਪੜ੍ਹ ਲੈਂਦੇ ਹਾਂ। ਕਲੀਵੇਜ ਦੇ ਨਾਲ ਸਟੂਡੈਂਟ ਤੁਸੀਂ ਦੇਖਿਆ ਕਿ ਜਿਹੜਾ ਜ਼ਾਇਗੋਟ ਦਾ ਸਾਈਟੋਪਲੈਜ਼ਮ ਸੀ ਉਹ ਬਲਾਸਟੋਮੀਅਰ 'ਚ ਡਿਸਟਰੀਬਿਊਟ ਹੋ ਗਿਆ ਮੀਨਸ ਜ਼ਾਇਗੋਟ 'ਚ ਪਹਿਲਾਂ ਸਾਈਟੋਪਲੈਜ਼ਮ ਸੀ ਉਹ ਇੱਕ ਸੈਲਡ ਸੀ ਇੱਕ ਸੈੱਲ ਤੋਂ 2 ਸੈੱਲ ਬਣੇ 2 ਤੋਂ 4 4 ਤੋਂ 8 8 ਤੋਂ 16 ਤਾਂ ਫਿਰ ਜਿਹੜਾ ਸਾਈਟੋਪਲੈਜ਼ਮ ਉਹ ਡਿਸਟਰੀਬਿਊਟ ਹੋ ਰਿਹਾ ਨਾ ਜ਼ਾਇਗੋਟ ਤੋਂ ਕਿਹਦੇ ਵਿੱਚ ਬਲਾਸਟੋਮੀਅਰ 'ਚ। ਦੈਨ ਕਲੀਵੇਜ ਦੇ ਨਾਲ ਪ੍ਰੋਟੋਪਲੈਜ਼ਮ ਦੀ ਮੋਬਿਲਿਟੀ ਮੀਨ ਮੂਵਮੈਂਟ ਵੱਧਦੀ ਹੈ ਜਿਹਦੇ ਕਰਕੇ ਉਹਦੇ ਅੰਦਰ ਇਹੋ ਜਿਹੀਆਂ ਮੂਵਮੈਂਟਸ ਹੁੰਦੀਆਂ ਕਿ ਹੌਲੀ ਹੌਲੀ ਸੈੱਲ ਡਿਫਰੈਂਸ਼ੀਏਟ ਕਰਕੇ ਜਰਮ ਲੇਅਰ ਫਾਰਮੇਸ਼ਨ ਕਰਦੇ ਜਰਮ ਲੇਅਰਸ ਅਸੀਂ ਅੱਗੇ ਪੜ੍ਹਨੀ ਹੈ ਐਂਡ ਦਾ ਫਾਰਮੇਸ਼ਨ ਆਫ ਟਿਸ਼ੂਜ਼ ਐਂਡ ਔਰਗਨ ਮੀਨਸ ਹੌਲੀ ਹੌਲੀ ਜਿਹੜੇ ਸੈੱਲਸ ਸੀਗੇ ਜਿਹੜੇ ਅਸੀਂ ਹੁਣੇ ਪੜ੍ਹ ਰਹੇ ਹਾਂ ਉਹਨਾਂ ਤੋਂ ਹੌਲੀ ਹੌਲੀ ਟਿਸ਼ੂ ਤੋਂ ਔਰਗਨਸ ਬਣਨਗੇ ਰਾਈਟ। ਜੇ ਕਲੀਵੇਜ ਹੋਏਗੀ ਤਾਂ ਹੀ ਅੱਗੇ ਚੱਲੇਗਾ ਇਹ ਹਿਸਾਬ। ਦੈਨ ਯੂਨੀਸੈਲੂਲਰ ਜ਼ਾਇਗੋਟ ਇਜ਼ ਕਨਵਰਟਿਡ ਇਨਟੂ ਮਲਟੀਸੈਲੂਲਰ ਐਮਬ੍ਰੀਓ ਅਸੀਂ ਆਲਰੇਡੀ ਕਰ ਚੁੱਕੇ ਹਾਂ ਰਾਈਟ। ਸੋ ਨੈਕਸਟ ਸਟੂਡੈਂਟ ਸਾਡੇ ਕੋਲ ਆ ਗਿਆ ਇੰਪਲਾਂਟੇਸ਼ਨ। ਅਸੀਂ ਅਗਲੀ ਸਟੇਜ ਅਸੀਂ ਹਜੇ ਪੜ੍ਹਨੀ ਹੈ ਕਿ ਜਦੋਂ ਮੋਰੂਲਾ ਦਾ ਅੱਗੇ ਕੀ ਬਲਾਸਟੋਸਿਸਟ ਬਣਿਆ ਬਲਾਸਟੋਸਿਸਟ ਅੱਗੇ ਜਾ ਕੇ ਕੀ ਹੋਇਆ ਪਰ ਉਸ ਤੋਂ ਪਹਿਲਾਂ ਸਟੂਡੈਂਟਸ ਜਦੋਂ ਫੈਲੋਪੀਅਨ ਟਿਊਬ ਦੇ ਵਿੱਚ ਸਾਰੀਆਂ ਸਟੇਜਿਸ ਚੱਲ ਰਹੀਆਂ ਸੀ ਤਾਂ ਬਲਾਸਟੋਸਿਸਟ ਪਹੁੰਚ ਗਿਆ ਨਾ ਯੂਟਰਸ 'ਚ ਉੱਥੇ ਜਾ ਕੇ ਯੂਟਰਸ ਦੀ ਵਾਲ ਦੇ ਨਾਲ ਬਲਾਸਟੋਸਿਸਟ ਇੰਪਲਾਂਟ ਹੋ ਜਾਏਗਾ ਦਾ ਪ੍ਰੋਸੈਸ ਇਜ਼ ਕਾਲਡ ਐਜ਼ ਇੰਪਲਾਂਟੇਸ਼ਨ ਚਿਪਕ ਜਾਏਗਾ ਲੱਗ ਜਾਏਗਾ ਇਹ ਅਸੀਂ ਕਹਿ ਸਕਦੇ ਹਾਂ। ਸੋ ਪ੍ਰੋਸੈਸ ਆਫ ਐਮਬੈਡਿੰਗ ਹੁੰਦਾ ਕਿਸੇ 'ਚ ਘੁਸਣਾ ਵੜਨਾ ਧਸਣਾ। ਸੋ ਐਮਬੈਡਿੰਗ ਆਫ ਬਲਾਸਟੋਸਿਸਟ ਕਿੱਥੇ ਜਾ ਕੇ ਐਮਬੈਡ ਹੋ ਗਿਆ
यूट्रस की जी अंदरली लाइनिंग है एंडोमेट्रीयम ਉਹਦੇ ਵਿੱਚ। सो इस प्रोसैस ਨੂੰ ਅਸੀਂ ਕੀ ਬੋਲਦੇ ਹਾਂ स्टूडेंट्स, इंप्लांटेशन, राइट। इंप्लांटेशन ਦੇ ਵਿੱਚ ਤੁਸੀਂ ਸਟਾਰਟਿੰਗ ਤੋਂ ਦੇਖ ਸਕਦੇ ਹੋ, ਇਸ ਡਾਇਗਰਾਮ 'ਚ ਬੜੀ ਕਲੀਅਰ ਪਿਕਚਰ ਹੈ। ਓਵਰੀ ਨੇ ਐਗ ਪੈਦਾ ਕੀਤਾ, ਅਸੀਂ ਇੱਥੇ ਸਕੈਂਡਰੀ ਓਸਾਈਟ ਕਵਾਂਗੇ। ਸਕੈਂਡਰੀ ਓਸਾਈਟ ਦੀ ਫੈਲੋਪੀਅਨ ਟਿਊਬ ਦੇ ਵਿੱਚ ਜਾ ਕੇ ਫਰਟੀਲਾਈਜੇਸ਼ਨ ਹੋਈ ਵਿਦ ਦ ਸਪਰਮ। ਇੱਥੇ ਦੇਖ ਲਓ ਫਰਟੀਲਾਈਜੇਸ਼ਨ ਦਿਖਾ ਰਹੇ, ਦਿਸ ਇਜ਼ ਸਪਰਮ, ਦਿਸ ਇਜ਼ ਸਕੈਂਡਰੀ ਓਸਾਈਟ। ਹੌਲੀ ਹੌਲੀ ਜ਼ਾਈਗੋਟ ਬਣਿਆ, ਜ਼ਾਈਗੋਟ ਦੀ ਪਹਿਲੀ ਕਲੀਵੇਜ ਹੋਈ, ਦੇਖੋ 2 ਸੈੱਲ ਬਣੇ, 2 ਤੋਂ 4, 4 ਤੋਂ 8 to 16 ਸੈੱਲ, ਫਿਰ ਬਣ ਗਿਆ ਬਲਾਸਟੋਸਿਸਟ, ਬਲਾਸਟੋਸਿਸਟ ਪਹੁੰਚ ਗਿਆ ਯੂਟਰਸ 'ਚ, ਯੂਟਰਸ ਵਿੱਚ ਜਾ ਕੇ ਉਹ ਯੂਟਰਸ ਦੀ ਅੰਦਰਲੀ ਲਾਈਨਿੰਗ ਦੇ ਨਾਲ ਚਿਪਕ ਗਿਆ, ਜਿਸ ਪ੍ਰੋਸੈਸ ਨੂੰ ਅਸੀਂ ਇੰਪਲਾਂਟੇਸ਼ਨ ਕਹਿੰਦੇ ਹਾਂ। ਇਹ ਇੰਪਲਾਂਟੇਸ਼ਨ ਸਟੂਡੈਂਟ 6 ਤੋਂ 10 ਦਿਨ, ਕਿਹੜੇ 6 ਤੋਂ 10 ਦਿਨ, ਫਰਟੀਲਾਈਜੇਸ਼ਨ ਹੋਣ ਤੋਂ ਬਾਅਦ 6 ਤੋਂ 10 ਦਿਨ ਦੇ ਵਿੱਚ ਇੰਪਲਾਂਟੇਸ਼ਨ ਹੁੰਦੀ, ਉਹ ਵੀ ਜਨਰਲੀ 7ਵੇਂ ਦਿਨ 'ਤੇ, 7th ਡੇ 'ਤੇ ਜਿਹੜਾ ਬਲਾਸਟੋਸਿਸਟ ਹੈ ਉਹ ਆ ਕੇ ਯੂਟਰਸ ਦੀ ਅੰਦਰਲੀ ਵੋਲ ਦੇ ਨਾਲ ਚਿਪਕ ਗਿਆ। ਔਰ ਯਾਦ ਰੱਖਿਓ ਇਸ ਤੋਂ ਬਾਅਦ ਸਟੂਡੈਂਟ 9 ਮਹੀਨੇ ਇਹ ਜਿਹੜਾ ਐਂਬਰੀਓ ਹੈ ਫਰਦਰ ਇੱਦਾਂ ਹੀ ਡਿਵੈਲਪ ਕਰੇਗਾ ਇੱਥੇ ਹੀ ਯੂਟਰਸ ਦੇ ਅੰਦਰ, ਠੀਕ ਹੈ। ਕਹਿੰਦਾ ਜਦੋਂ ਬਲਾਸਟੋਸਿਸਟ ਬਣਿਆ ਤਾਂ ਹੌਲੀ ਹੌਲੀ ਅਸੀਂ ਕੀ ਦੇਖਿਆ, ਜਿਹੜੀ ਜ਼ੋਨਾ ਪੈਲੋਸਿਡਾ, ਲਾਸ ਆਫ ਜ਼ੋਨਾ ਪੈਲੋਸਿਡਾ। ਹੁਣ ਕਿਉਂਕਿ ਜ਼ੋਨਾ ਪੈਲੋਸਿਡਾ ਨੇ ਵੀ ਜਾਣਾ ਹੈ ਨਾ ਬੇਟਾ, ਜਦੋਂ ਅਸੀਂ ਉਹ ਪੜ੍ਹਿਆ ਸੀ ਉਹਨੇ ਮੋਰੂਲਾ, ਉਹਦੀ ਕਰੋਨਾ ਰੇਡੀਏਟਾ ਉਤਰ ਕੇ ਮਤਲਬ ਝੜ ਗਈ ਸੀ, ਜ਼ੋਨਾ ਪੈਲੋਸਿਡਾ ਹਜੇ ਪੂਰੀ ਸੀ। ਇੱਥੇ ਜ਼ੋਨਾ ਪੈਲੋਸਿਡਾ ਵੀ ਲਾਸ ਹੋਏਗੀ, ਜਿਹਦੇ ਕਰਕੇ ਅੰਦਰਲੇ ਸੈੱਲ ਐਕਸਪੋਜ਼ ਹੋਣਗੇ। ਐਕਸਪੋਜ਼ ਮੀਨਸ ਬਾਹਰ ਵੱਲ ਨੂੰ ਨਿਕਲਣਾ, ਜਿਹੜੇ ਟ੍ਰੋਫੋਬਲਾਸਟ ਸੀਗਾ ਹੈ ਨਾ, ਬਾਹਰ ਜ਼ੋਨਾ ਪੈਲੋਸਿਡਾ ਹੋ ਗਈ ਸਮਝ ਲਓ, ਉਹ ਜੇ ਖਤਮ ਹੋਣ ਲੱਗ ਗਈ ਤਾਂ ਜਿਹੜੇ ਟ੍ਰੋਫੋਬਲਾਸਟ ਦੇ ਸੈੱਲਸ ਨੇ ਉਹ ਬਾਹਰ ਵੱਲ ਨੂੰ ਐਕਸਪੋਜ਼ ਹੋਣਗੇ। ਔਰ ਪ੍ਰੋਪਰ ਉਹੀ ਸੈੱਲਸ ਦੇ ਨਾਲ ਜਿਹੜੇ ਆ ਹੈਗੇ ਨੇ ਟ੍ਰੋਫੋਬਲਾਸਟ, ਇਹਦੀ ਇੰਪਲਾਂਟੇਸ਼ਨ ਹੋਏਗੀ, ਇਹ ਉੱਥੇ ਜਾ ਕੇ ਯੂਟਰਸ ਦੇ ਨਾਲ ਚਿਪਕੇਗਾ ਬਾਹਰਲੇ ਸੈੱਲਾਂ ਦੀ ਮਦਦ ਦੇ ਨਾਲ। ਇੱਕ ਸਟੂਡੈਂਟ ਹੋਰ ਮੈਂ ਤੁਹਾਨੂੰ ਇੱਥੇ ਗੱਲ ਦੱਸਣਾ ਚਾਹੂੰਗੀ, ਜੇ ਕਿਤੇ ਆ ਗਲਤੀ ਦੇ ਨਾਲ ਆਹ ਐਂਬਰੀਓ ਜਿਹੜਾ ਉਹ ਮੂਵ ਕਰਕੇ ਯੂਟਰਸ ਤੱਕ ਨਾ ਪਹੁੰਚਿਆ ਤੇ ਫੈਲੋਪੀਅਨ ਟਿਊਬ ਦੇ ਵਿੱਚ ਹੀ ਲੱਗ ਗਿਆ, ਉਸ ਪ੍ਰੈਗਨੈਂਸੀ ਨੂੰ ਐਕਟੋਪਿਕ ਪ੍ਰੈਗਨੈਂਸੀ ਕਹਿੰਦੇ, ਵਿਚ ਇਜ਼ ਨਾਟ ਸੇਫ, ਗਲਤ ਹੈ। ਉਹ ਫਿਰ ਕੁਛ 2-3 ਮਹੀਨਿਆਂ ਤੋਂ ਬਾਅਦ ਫੈਲੋਪੀਅਨ ਟਿਊਬ ਰਿਮੂਵ ਕਰਾਉਣੀਆਂ ਪੈਂਦੀਆਂ, ਉਹ ਐਕਟੋਪਿਕ ਪ੍ਰੈਗਨੈਂਸੀ ਹੁੰਦੀ, ਕਿਉਂਕਿ ਐਂਬਰੀਓ ਦਾ ਇੱਥੇ ਪਹੁੰਚਣਾ ਯੂਟਰਸ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਉੱਥੇ ਬੇਬੀ ਡਿਵੈਲਪ ਕਰਨਾ ਹੈ, ਰਾਈਟ। ਟ੍ਰੋਫੋਬਲਾਸਟ ਲੇਅਰ ਗੈਟਸ ਅਟੈਚ ਟੂ, ਅਬ ਮੈਂ ਹੁਣੇ ਹੀ ਦੱਸਿਆ ਜਦੋਂ ਬਾਹਰੋਂ ਅਸੀਂ ਹੁਣੇ ਕਿਹਾ ਕਿ ਜ਼ੋਨਾ ਪੈਲੋਸਿਡਾ ਵੀ ਸ਼ੈੱਡ ਕਰ ਗਈ, ਜ਼ੋਨਾ ਪੈਲੋਸਿਡਾ ਵੀ ਖਤਮ ਹੋਣ ਲੱਗ ਗਈ। ਜੋ ਜ਼ੋਨਾ ਪੈਲੋਸਿਡਾ ਖਤਮ ਹੋਣ ਲੱਗ ਗਈ, ਬਾਹਰਲੇ ਸੈੱਲ ਬਾਹਰ ਵੱਲ ਨੂੰ ਆ ਗਏ ਨਾ, ਮਤਲਬ ਦਿਖਣ ਲੱਗੇ ਨਾ, ਐਕਸਪੋਜ਼ ਹੋ ਗਏ ਟ੍ਰੋਫੋਬਲਾਸਟ। ਟ੍ਰੋਫੋਬਲਾਸਟ ਸੈੱਲ ਜਦੋਂ ਯੂਟਰਸ ਦੀ ਵਾਲ 'ਚ ਪਹੁੰਚੇ, ਉੱਥੇ ਯੂਟਰਸ ਦੀ ਵਾਲ ਨਾਲ ਅਟੈਚ ਹੋ ਗਏ। ਅਟੈਚ ਹੋਣ ਤੋਂ ਬਾਅਦ ਉਹ ਫਿਰ ਤੋਂ ਡਿਵਾਈਡ ਕੀਤੇ, ਤਾਂ ਜਿਹੜਾ ਡਿਵਾਈਡ ਕਰਕੇ ਰੈਪਿਡਲੀ, ਤੇਜ਼ੀ ਨਾਲ, ਔਰ ਬਲਾਸਟੋਸਿਸਟ ਜਿਹੜਾ ਉਹ ਹੁਣ ਚੰਗੇ ਤਰੀਕੇ ਦੇ ਨਾਲ ਐਂਡੋਮੇਟਰੀਅਮ 'ਚ ਧੱਸ ਚੁੱਕਾ ਹੈ। ਦਿਸ ਪ੍ਰੋਸੈਸ ਇਜ਼ ਕਾਲਡ ਐਜ਼ ਇੰਪਲਾਂਟੇਸ਼ਨ ਐਂਡ ਫੀਮੇਲ ਨਾਓ ਬਿਕਮਸ ਪ੍ਰੈਗਨੈਂਟ, ਰਾਈਟ। ਸੋ ਇਹ ਪ੍ਰੋਸੈਸ ਜਿਹੜਾ ਹੈ ਕਾਹਦਾ ਹੈ, ਇੰਪਲਾਂਟੇਸ਼ਨ ਦਾ, ਰਾਈਟ ਸਟੂਡੈਂਟਸ। ਉਸ ਤੋਂ ਬਾਅਦ ਕੀ ਹੈ, ਹੁਣੇ ਆਪਾਂ ਕਿਹੜੀ ਸਟੇਜ 'ਤੇ ਪੜ੍ਹ ਕੇ ਇੰਪਲਾਂਟੇਸ਼ਨ ਹੋਣੀ ਹੈ, ਯੂਟਰਸ ਦੇ ਵਿੱਚ ਕਿਹੜੀ ਸਟੇਜ ਦੇ ਵਿੱਚ ਜਿਹੜਾ ਐਂਬਰੀਓ ਚਿਪਕਦਾ ਜਾ ਕੇ ਯੂਟਰਸ ਦੇ ਅੰਦਰ, ਕਿਹੜੀ ਸਟੇਜ, ਬਲਾਸਟੋਸਿਸਟ। ਪਰ ਬਲਾਸਟੋਸਿਸਟ ਤੋਂ ਅੱਗੇ ਵੀ ਕੀ ਕੁਝ ਹੋਏਗਾ, ਯੈਸ, ਗੈਸਟਰੂਲੇਸ਼ਨ, ਨੈਕਸਟ ਸਟੇਜ ਬਣੂਗੀ ਗੈਸਟਰੂਲਾ। ਸੋ ਬਲਾਸਟੋਸਿਸਟ ਜਦੋਂ ਯੂਟਰਸ ਦੀ ਵਾਲ ਦੇ ਨਾਲ ਚਿਪਕ ਗਿਆ, ਉਸ ਤੋਂ ਬਾਅਦ ਉਹਦੇ ਤੋਂ 3 ਲੇਅਰਡ ਸੈੱਲ ਸਟੇਜ ਬਣੂਗੀ, ਜਿਹਨੂੰ ਗੈਸਟਰੂਲਾ ਕਹਿੰਦੇ ਆ। ਇਹਦੇ ਨਾਲ ਕੀ ਹੈ, ਇਸ ਪ੍ਰੋਸੈਸ 'ਚ ਕੀ ਹੁੰਦਾ, ਸੈੱਲ ਮੂਵ ਕਰਦੇ ਨੇ, ਨਵੀਂ ਸ਼ੇਪ, ਨਵੀਂ ਮੋਰਫੋਲੋਜੀ ਲੈ ਕੇ ਆਉਂਦੇ ਆ। ਸੈੱਲਸ ਦੀ ਮੂਵਮੈਂਟ ਨੂੰ ਮੋਰਫੋਜੈਨੇਟਿਕ ਮੂਵਮੈਂਟ ਕਿਹਾ ਜਾਂਦਾ ਹੈ। ਇੰਪਲਾਂਟੇਸ਼ਨ ਹੋਣ ਤੋਂ ਬਾਅਦ ਬਹੁਤ ਜਲਦੀ ਬਲਾਸਟੋਸਿਸਟ ਜਿਹੜਾ ਹੈ ਉਹ ਕਨਵਰਟ ਹੋਣਾ ਸ਼ੁਰੂ ਹੋ ਜਾਂਦਾ, ਉਹਦੀ ਅੰਦਰਲੀ ਕੈਵਿਟੀ, ਖਾਲੀ ਜਗ੍ਹਾ ਫਲੈਟ ਹੋਣ ਲੱਗ ਜਾਂਦੀ ਹੈ, ਅਤੇ ਬਹੁਤ ਜਲਦੀ 3 ਲੇਅਰਸ ਬਣਾਉਂਦੇ ਨੇ, ਐਂਡੋਡਰਮ, ਐਕਟੋਡਰਮ ਅਤੇ ਮੀਜ਼ੋਡਰਮ, ਠੀਕ ਹੈ ਜੀ। ਐਂਡੋਡਰਮ ਬਣ ਗਈ ਕੈਵਿਟੀ ਤੋਂ, ਰਿਮੇਨਿੰਗ ਸੈੱਲ ਆਫ ਇਨਰ ਸੈੱਲ ਮਾਸ, ਜਿਹੜੇ ਅੰਦਰਲੇ ਸੈੱਲ ਮਾਸ ਸੀ ਉਹ ਤੋਂ ਬਣ ਗਈ ਐਕਟੋਡਰਮ, ਅਤੇ ਮੀਜ਼ੋਡਰਮ ਉਹਨਾਂ ਦੋਨਾਂ ਦੇ ਵਿੱਚ ਬਣੀ, ਐਕਟੋ ਅੰਦਰ, ਐਂਡੋ ਬਾਹਰ, ਮੀਜ਼ੋ ਵਿੱਚ, ਰਾਈਟ। ਸੋ 3 ਆ ਜਿਹੜੀਆਂ ਲੇਅਰ ਦੇਖੋ, ਬਲਾਸਟੋਸਿਸਟ ਦੇ ਸੈੱਲ ਤੋਂ ਜਿਹੜੀਆਂ ਇਹ ਹੋਰ ਸੈੱਲ ਦੀਆਂ ਲੇਅਰਸ ਬਣੀਆਂ ਇਨ ਦਿਸ ਪ੍ਰੋਸੈਸ ਆਫ ਗੈਸਟਰੂਲੇਸ਼ਨ, ਉਹਨਾਂ 3 ਲੇਅਰਸ ਨੂੰ, ਐਕਟੋ, ਮੀਜ਼ੋ, ਐਂਡੋ ਨੂੰ ਜਰਮ ਲੇਅਰਸ ਕਿਹਾ ਜਾਂਦਾ ਹੈ, ਜਿਹੜੇ ਲੇਟਰ ਔਨ ਹੌਲੀ ਹੌਲੀ ਸਾਡੇ ਵਿੱਚ ਕੀ ਬਣਾਉਣਗੇ, ਸਾਡੇ ਡਿਫਰੈਂਟ ਪਾਰਟਸ। ਇਨਰ ਸੈੱਲ ਮਾਸ ਦੇ ਵਿੱਚ ਕੁਝ ਸਟੈਮ ਸੈੱਲਸ ਵੀ ਹੁੰਦੇ ਨੇ, ਜਿਹੜੇ ਹਰ ਤਰ੍ਹਾਂ ਦੇ
ਸੈਲਸ ਨੂੰ ਜਨਮ ਦੇ ਸਕਦੇ ਆ, ਮੈਂ ਹਰ ਤਰ੍ਹਾਂ ਦੇ ਟਿਸ਼ੂ ਜਾਂ ਔਰਗਨ ਬਣਾ ਸਕਦੇ ਆ। ਇਸੇ ਕਰਕੇ ਸਟੂਡੈਂਟ ਜਦੋਂ ਅੱਜ ਕੱਲ੍ਹ ਬੱਚਾ ਡਿਲੀਵਰ ਹੁੰਦਾ ਤਾਂ ਉਹਦੇ ਸਟੈਮ ਸੈੱਲ ਬੋਡੀ ਦੇ ਵਿੱਚੋਂ ਕੱਢ ਕੇ ਪ੍ਰੀਜ਼ਰਵ ਕਰਾਏ ਜਾਂਦੇ, ਸੋ ਦੈਟ ਅਗਰ ਲਾਈਫ 'ਚ ਕੋਈ ਪ੍ਰੋਬਲਮ ਆਵੇ ਤਾਂ ਸਟੈਮ ਸੈੱਲ ਜਿਹੜਾ ਉਹ ਕੇਪੇਬਲ ਹੈ ਕਿਸੇ ਵੀ ਤਰ੍ਹਾਂ ਦੇ ਟਿਸ਼ੂ ਤੇ ਔਰਗਨਸ ਨੂੰ ਬਣਾਉਣ 'ਚ। ਕੋਈ ਔਰਗਨ ਫੇਲੀਅਰ ਹੋ ਜਾਂਦਾ ਤਾਂ ਸਟੈਮ ਸੈੱਲ ਤੋਂ ਕੰਪਲੀਟ ਨਵਾਂ ਔਰਗਨ ਬਣਾਇਆ ਜਾ ਸਕਦਾ, ਰਾਈਟ। ਸੋ ਗੈਸਟ੍ਰੂਲੇਸ਼ਨ 'ਚ ਅਸੀਂ ਕੀ ਦੇਖਿਆ ਕਿ ਬਲਾਸਟੋਸਿਸਟ ਦੀ ਤੋਂ 3 ਜਰਮ ਲੇਅਰਸ ਡਿਵੈਲਪ ਹੁੰਦੀਆਂ ਨੇ। ਫਿਰ ਹੁਣ ਤੁਸੀਂ ਪੜ੍ਹ ਲਿਆ ਕਿ 3 ਜਰਮ ਲੇਅਰਸ ਬਣ ਗਏ, ਐਕਟੋ ਮੀਜ਼ੋ ਐਂਡੋ। ਉਹਨਾਂ ਦਾ ਅੱਗੇ ਕੀ ਹੋਣਾ? ਉਹਨਾਂ ਤੋਂ ਡਿਫਰੈਂਟ ਔਰਗਨਸ ਬਣਦੇ ਆ। ਸੋ ਇੱਥੇ ਮੈਂ ਬਹੁਤ ਥੋੜ੍ਹੇ ਔਰਗਨਸ ਮੈਂਸ਼ਨ ਕੀਤੇ, ਬਹੁਤ ਸਾਰੇ ਔਰਗਨਸ ਨੇ ਕਿ ਬਾਹਰਲੀ ਲੇਅਰ ਜਿਹੜੀ ਐਕਟੋਡਰਮ ਉੱਤੋਂ ਕੀ ਬਣਦਾ, ਬਾਹਰਲੀ ਸਕਿਨ ਦੀ ਲੇਅਰ ਐਪੀਡਰਮਿਸ, ਹੇਅਰ, ਨੇਲਸ, ਸਲਾਈਵਰੀ ਗਲੈਂਡ, ਸਵੈਟ ਗਲੈਂਡ, ਮਿਊਕਸ ਮੈਂਬਰੇਨ ਆਫ ਲਿਪਸ। ਸੋ ਆਊਟਰ ਵਾਲੇ ਸਟਰਕਚਰ ਐਕਟੋਡਰਮ ਤੋਂ ਬਣਦੇ ਆ। ਦੈਨ ਇਜ਼ ਮੀਜ਼ੋਡਰਮ। ਮੀਜ਼ੋਡਰਮ ਤੋਂ ਅੰਦਰ ਮਸਲਸ ਬਣਨਗੀਆਂ, ਐਕਸੈਪਸ਼ਨ ਹੈਗੀ ਆਇਰਿਸ ਮਸਲ, ਉਹ ਮੀਜ਼ੋਡਰਮ ਤੋਂ ਨਹੀਂ ਬਣਦੀ। ਕੁਝ ਕਨੈਕਟਿਵ ਟਿਸ਼ੂ, ਹਾਰਟ, ਬਲੱਡ ਵੈਸਲ, ਕਿਡਨੀ, ਯੂਰੇਟਰ, ਲਿੰਫੈਟਿਕਸ ਤੇ ਸਪਲੀਨ, ਇਹ ਸਭ ਕਿੱਥੋਂ ਬਣਦੇ ਨੇ? ਮੀਜ਼ੋਡਰਮ ਤੋਂ। ਲਾਸਟ ਇਜ਼ ਐਂਡੋਡਰਮ, ਐਪੀਥੀਲੀਅਮ ਆਫ ਮਾਊਥ, ਪੈਲੇਟ, ਟੰਗ, ਟੌਨਸਿਲ, ਫੈਰਿੰਗਸ, ਡਿਫਰੈਂਟ ਔਰਗਨਸ ਐਂਡੋਡਰਮ ਤੋਂ ਫਾਰਮ ਹੋ ਜਾਂਦੇ। ਮੀਨਸ ਜਦੋਂ ਬਲਾਸਟੋਸਿਸਟ ਬਣ ਗਿਆ ਉਸ ਤੋਂ ਬਾਅਦ ਬਣਨਾ, ਉਸ ਤੋਂ ਬਾਅਦ ਗੈਸਟ੍ਰੂਲੇਸ਼ਨ ਚੱਲੇਗੀ। ਜਿਹੜਾ ਸਾਡੇ ਕੋਲ ਮੇਨਲੀ ਅਸੀਂ ਕੀ ਕਹਿ ਸਕਦੇ ਹਾਂ ਕਿ ਜਿਹੜਾ ਬਲਾਸਟੋਸਿਸਟ ਹੈ ਉਹ ਕਨਵਰਟ ਹੋ ਜਾਂਦਾ ਗੈਸਟਰੂਲਾ ਦੇ ਵਿੱਚ, 3 ਜਰਮ ਲੇਅਰਸ ਫਾਰਮ ਹੁੰਦੀਆਂ, ਉਹਨਾਂ ਤੋਂ ਅੱਗੇ ਕੀ ਬਣਦੇ ਨੇ? ਔਰਗਨ। ਸੋ ਸਟੂਡੈਂਟਸ ਇਹ ਸੀ ਸਾਡੇ ਕੋਲ ਐਂਬਰੀਓ ਡਿਵੈਲਪਮੈਂਟ, ਔਰ ਅਸੀਂ ਕਹਿ ਸਕਦੇ ਹਾਂ ਕਿ ਕਿਵੇਂ ਐਂਬਰੀਓ ਜਿਹੜਾ ਹੈ ਉਹ ਡਿਵੈਲਪ ਕਰਕੇ ਲੇਟਰ ਔਨ 3 ਜਰਮ ਲੇਅਰਸ ਬਣਾਉਂਦਾ। ਕੀ ਬਣਾਉਂਦਾ? 3 ਜਰਮ ਲੇਅਰਸ। ਤੇ 3 ਜਰਮ ਲੇਅਰਸ ਤੋਂ ਫਿਰ ਅੱਗੇ ਕੀ ਬਣਦੇ ਨੇ? ਔਰਗਨਸ। ਠੀਕ ਹੈ ਸਟੂਡੈਂਟਸ। ਉਸ ਤੋਂ ਬਾਅਦ ਇੱਕ ਛੋਟਾ ਜਿਹਾ ਟੌਪਿਕ ਅਸੀਂ ਹੋਰ ਅੱਜ ਡਿਸਕਸ ਕਰਾਂਗੇ, ਉਹ ਹੈ ਸਾਡੇ ਕੋਲ ਐਕਸਟਰਾ ਐਂਬਰੀਓਨਿਕ ਮੈਂਬਰੇਨਸ, ਰਾਈਟ। ਸੋ ਸਟੂਡੈਂਟ ਐਕਸਟਰਾ ਐਂਬਰੀਓਨਿਕ ਮੈਂਬਰੇਨਸ ਕੀ ਨੇ? ਇਹ ਐਂਬਰੀਓ ਦੇ ਬਾਹਰ ਵਾਲੀਆਂ ਮੈਂਬਰੇਨਸ ਨੇ। ਕਿ ਐਂਬਰੀਓ ਜਿਹੜਾ ਸਾਡੇ ਕੋਲ ਡਿਵੈਲਪ ਹੁੰਦਾ ਹੈ ਉਹਦੇ ਬਾਹਰ 4 ਲੇਅਰਸ ਹੁੰਦੀਆਂ ਨੇ, 4 ਮੈਂਬਰੇਨਸ ਹੁੰਦੀਆਂ ਨੇ, ਜਿਨ੍ਹਾਂ ਨੂੰ ਐਕਸਟਰਾ ਐਂਬਰੀਓਨਿਕ ਮੈਂਬਰੇਨਸ ਕਿਹਾ ਜਾਂਦਾ ਹੈ। ਪ੍ਰੋਟੈਕਟਿਵ ਵੀ ਨੇ, ਹੋਰ ਵੀ ਬੜੇ ਤਰ੍ਹਾਂ ਦੇ ਫੰਕਸ਼ਨਸ ਪਲੇ ਕਰਦੀਆਂ, ਰਾਈਟ ਸਟੂਡੈਂਟਸ। ਇਹ ਜਿਹੜੀਆਂ ਮੈਂਬਰੇਨਸ ਨੇ ਸਟੂਡੈਂਟ, ਇਹ ਬਣਦੀਆਂ ਨੇ ਟ੍ਰੋਫੋਬਲਾਸਟ ਮੇਨਲੀ। ਕਿੱਥੋਂ ਬਣਦੀਆਂ ਨੇ? ਟ੍ਰੋਫੋਬਲਾਸਟ ਤੋਂ ਆਪਾਂ ਪੜ੍ਹ ਕੇ ਆਏ ਨਾ ਉਹਨੇ, ਟ੍ਰੋਫੋਬਲਾਸਟ ਗੈਸਟਰੂਲਾ ਬਲਾਸਟੋਸਿਸਟ ਦੇ ਵਿੱਚ, ਰਾਈਟ। ਸੋ ਇਹਨਾਂ ਦੇ ਵਿੱਚ ਜਿਹੜੀਆਂ ਮੈਂਬਰੇਨਸ ਨੇ 4 ਨੇ ਸਾਡੇ ਵਿੱਚ, ਕਹਿ ਲਓ। ਫਸਟ ਮੈਂਬਰੇਨ ਜਿਹੜੀ ਹੈ ਅਸੀਂ ਜਿਹਨੂੰ ਐਕਸਟਰਾ ਐਂਬਰੀਓਨਿਕ ਮੈਂਬਰੇਨ ਕਹਿੰਦੇ, ਉਹ ਹੈ ਕੋਰੀਓਨ। ਠੀਕ ਹੈ ਜੀ। ਸੈਕਿੰਡ ਜਿਹੜੀ ਮੈਂਬਰੇਨ ਹੈ ਉਹ ਹੈ ਐਮਨੀਓਨ। ਥਰਡ ਜਿਹੜੀ ਮੈਂਬਰੇਨ ਹੈ ਸਟੂਡੈਂਟਸ ਉਹ ਹੈ ਐਲੈਂਟੋਇਸ। ਜਿਹੜੀ ਫੋਰਥ ਮੈਂਬਰੇਨ ਹੈ ਸਟੂਡੈਂਟ ਉਹ ਹੈ ਯੋਕਸੈਕ। ਕਹਿਣ ਦਾ ਮਤਲਬ ਕਿ ਹੌਲੀ ਹੌਲੀ ਪਹਿਲਾਂ ਦੇਖੋ, ਸਟਾਰਟਿੰਗ 'ਚ ਇੱਕ ਜ਼ਾਈਗੋਟ ਸੀ, ਇੱਕ ਸਿੰਗਲ ਸੈਲੂਲਰ, ਉਹਨੇ ਡਿਵਾਈਡ ਕੀਤਾ, 2 ਬਲਾਸਟੋਮੀਅਰਸ ਵਾਲਾ ਸਟਰਕਚਰ ਬਣ ਗਿਆ। 2 ਬਲਾਸਟੋਮੀਅਰ ਤੋਂ 4 to 8 ਬਲਾਸਟੋਮੀਅਰ ਬਣ ਗਏ। ਬਲਾਸਟੋਮੀਅਰ ਵੀ ਵਿਚਲੇ ਸੈੱਲ। 8 ਤੋਂ 16 ਸੈੱਲ ਸਟੇਜ ਨੂੰ ਅਸੀਂ ਮੋਰੂਲਾ ਕਹਿੰਦੇ ਹਾਂ। ਹੌਲੀ ਹੌਲੀ ਮੋਰੂਲਾ ਬਲਾਸਟੋਸਿਸਟ ਵਿੱਚ ਕਨਵਰਟ ਹੁੰਦਾ। ਸੋ ਅਸੀਂ ਕੀ ਦੇਖਦੇ ਹਾਂ, ਹੌਲੀ ਹੌਲੀ ਫਿਰ ਬਲਾਸਟੋਸਿਸਟ ਤੋਂ ਗੈਸਟ੍ਰੂਲੇਸ਼ਨ ਹੁੰਦੀ ਹੈ, 3 ਜਰਮ ਲੇਅਰਸ ਬਣਦੀਆਂ ਐਕਟੋ ਐਂਡੋਮੀਜ਼ੋ, ਅਤੇ ਇਹ 3 ਜਰਮ ਲੇਅਰਸ ਬਣਦੀਆਂ ਐਕਟੋ ਐਂਡੋਮੀਜ਼ੋ, ਅਤੇ ਉਹਨਾਂ 3 ਜਰਮ ਲੇਅਰਸ ਤੋਂ ਐਕਟੋ ਐਂਡੋਮੀਜ਼ੋਡਰਮ ਤੋਂ ਡਿਫਰੈਂਟ ਔਰਗਨਸ ਜਿਹੜੇ ਉਹ ਡਿਵੈਲਪ ਕਰਦੇ ਨੇ। ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਐਕਸਟਰਾ ਐਂਬਰੀਓਨਿਕ ਮੈਂਬਰੇਨਸ, ਮੀਨਸ ਐਂਬਰੀਓ ਦੇ ਬਾਹਰਲੀਆਂ 4 ਮੈਂਬਰੇਨ। ਸਭ ਤੋਂ ਪਹਿਲੀ ਹੈ ਕੋਰੀਓਨ। ਕੋਰੀਓਨ ਜਿਹੜੀ ਉਹ ਮੇਨਲੀ ਪਲੇਸੈਂਟਾ ਦਾ ਹਿੱਸਾ ਬਣਦੀ ਹੈ। ਕਿਹਦਾ ਹਿੱਸਾ ਬਣਦੀ ਹੈ? ਪਲੇਸੈਂਟਾ। ਮੀਨਸ ਇਹ ਪਲੇਸੈਂਟਾ ਬਣਾਉਣ ਦੇ ਵਿੱਚ ਹੈਲਪ ਕਰਦੀ ਹੈ। ਤਾਂ ਇਹ ਕੀ ਕਰੂਗੀ? ਐਂਬਰੀਓ ਨੂੰ ਪ੍ਰੋਟੈਕਟ ਕਰੇਗੀ, ਕਿਉਂਕਿ ਐਂਬਰੀਓ ਦੀ ਬਾਹਰਲੀ ਲੇਅਰ ਹੈ ਅਤੇ ਐਂਬਰੀਓ ਨੂੰ ਪ੍ਰੋਟੈਕਟ ਤਾਂ ਕਰੇਗੀ, ਰਾਈਟ। ਸੋ ਇਹ ਐਂਬਰੀਓ ਨੂੰ ਕੀ ਕਰਦੀ ਹੈ? ਪ੍ਰੋਟੈਕਟ ਕਰਦੀ ਹੈ ਐਂਡ ਫਾਰਮਸ ਪਲੇਸੈਂਟਾ। ਅਤੇ ਕੀ ਬਣਾਉਂਦੀ ਹੈ? ਫਾਰਮਸ ਪਲੇਸੈਂਟਾ। ਸੋ ਵਾਟ ਐਕਚੁਅਲੀ ਇਜ਼ ਪਲੇਸੈਂਟਾ? ਇਹ ਪਲੇਸੈਂਟਾ ਜਿਹੜਾ ਹੈ ਮਟੀਰੀਅਲ ਐਕਸਚੇਂਜ, ਫੀਟਸ, ਮਦਰ ਅਤੇ ਫੀਟਸ ਦੇ ਵਿੱਚ ਜਿਹੜਾ ਮਟੀਰੀਅਲ ਐਕਸਚੇਂਜ ਹੋ ਰਿਹਾ ਪਲੇਸੈਂਟਾ ਦੇ ਰਾਹੀਂ ਹੋ ਰਿਹਾ। ਤਾਂ ਉਹਨੂੰ ਬਣਾਉਣ 'ਚ ਕੌਣ ਹੈਲਪ ਕਰ ਰਿਹਾ? ਕੋਰੀਓਨ। ਅਤੇ ਨਾਲ ਐਂਬਰੀਓ ਨੂੰ ਕੀ ਕਰਦਾ? ਪ੍ਰੋਟੈਕਟ। ਦੈਨ ਇਜ਼ ਐਮਨੀਓਨ। ਐਮਨੀਓਨ ਕੀ ਹੈ? ਇਹ ਜਿਹੜੀ ਹੈ ਉਹਦਾ ਇੱਕ ਫਲੂਇਡ ਵੀ ਹੈ। ਫਲੂਇਡ ਹੁੰਦਾ ਐਮਨੀਓਟਿਕ ਫਲੂਇਡ, ਜਿਹੜਾ ਬੱਚੇ ਨੂੰ ਸ਼ੌਕ ਨਹੀਂ ਲੱਗਣ ਦਿੰਦਾ, ਡਰਾਈ ਨਹੀਂ ਹੋਣ ਦਿੰਦਾ। ਸੋ ਐਮਨੀਓਟਿਕ ਫਲੂਇਡ ਸੈਕਿੰਡ ਜਿਹੜੀ ਲੇਅਰ ਹੈ ਕਲੀਵੇਜ ਦੀ, ਸੈਕਿੰਡ ਜਿਹੜੀ ਲੇਅਰ ਹੈ ਐਂਬਰੀਓ ਦੀ, ਸੋ ਉਹ ਐਮਨੀਓਨ ਹੈ। ਐਮਨੀਓਨ ਜਿਹੜੀ ਹੈ ਉਹਦੇ ਬਾਹਰ ਇੱਕ ਕੈਵਿਟੀ ਹੈ ਔਰ ਉਹਦੇ ਵਿੱਚ ਇੱਕ ਫਲੂਇਡ ਭਰਿਆ ਜਿਹਨੂੰ ਐਮਨੀਓਟਿਕ ਫਲੂਇਡ ਕਹਿੰਦੇ ਨੇ, ਜਿਹਨੇ ਐਂਬਰੀਓ ਨੂੰ ਸਰਾਊਂਡ ਕੀਤਾ ਹੋਇਆ।
ਐਮਨਿਓਟਿਕ ਫਲੂਇਡ ਇੱਕ ਤਰ੍ਹਾਂ ਦਾ ਐਂਬਰੀਓ ਲਈ ਕੁਸ਼ਨ ਹੈ, ਉਹਨੂੰ ਸੌਫਟਨੈਸ ਪ੍ਰੋਵਾਈਡ ਕਰਦਾ ਹੈ, ਜਰਕ ਤੋਂ, ਇੰਜਰੀ ਤੋਂ, ਸ਼ੌਕਸ ਤੋਂ ਬਚਾਉਂਦਾ ਹੈ, ਤੇ ਐਂਬਰੀਓ ਨੂੰ ਡਰਾਈ ਨਹੀਂ ਹੋਣ ਦਿੰਦਾ। ਓਬਵੀਅਸਲੀ ਫਲੂਇਡ ਹੈ ਤੇ ਉਹ ਗਿੱਲਾ ਰੱਖੇਗਾ, ਡਰਾਈ ਨਹੀਂ ਹੋਣ ਦੇਗਾ। ਥਰਡ ਇਜ਼ ਐਲੈਂਟੋਇਸ। ਜਿਹੜੀ ਸਾਡੇ ਕੋਲ ਥਰਡ ਲੇਅਰ ਹੈ ਉਹ ਇੱਕ ਤਰ੍ਹਾਂ ਦੀ ਐਕਸਟਰਾ ਐਂਬਰੀਓਨਿਕ ਤੁਸੀਂ ਕਹਿ ਸਕਦੇ ਹੋ ਨਾਈਟ੍ਰੋਜੀਨਸ ਵੇਸਟ ਨੂੰ ਐਕਟਸ ਐਜ਼ ਐਕਸਟਰਾ ਐਂਬਰੀਓਨਿਕ ਕਿਡਨੀ ਐਂਡ ਸਟੋਰਸ ਨਾਈਟ੍ਰੋਜੀਨਸ ਵੇਸਟ ਆਫ ਐਂਬਰੀਓ। ਇੱਕ ਤਰ੍ਹਾਂ ਦੀ ਕਿਡਨੀ ਦੀ ਤਰ੍ਹਾਂ ਕੰਮ ਕਰਦੀ ਹੈ ਤੇ ਐਕਸਟਰਾ ਜਿਹੜੀ ਆਪਾਂ ਇਹ ਕੀ ਕਹਿੰਦੇ ਐਲੈਂਟੋਇਸ ਹੈ, ਇਹ ਐਕਸਟਰਾ ਐਂਬਰੀਓਨਿਕ ਤੁਸੀਂ ਕਹਿ ਲਓ ਕਿਡਨੀ ਦੀ ਤਰ੍ਹਾਂ ਕੰਮ ਕਰ ਰਹੀ। ਕਿਡਨੀ ਹੁਣ ਕੀ ਕਰਦੀ ਹੈ, ਫਿਲਟਰੇਸ਼ਨ ਕਰਦੀ ਹੈ ਨਾ, ਕਿਸੇ ਚੀਜ਼ ਨੂੰ ਪੁਣਦੀ ਹੈ, ਤਾਂ ਇਹ ਵੀ ਇੱਕ ਤਰ੍ਹਾਂ ਦੀ ਕਿਡਨੀ ਦੀ ਤਰ੍ਹਾਂ ਕੰਮ ਕਰਦੀ ਹੈ, ਤੇ ਜਿਹੜਾ ਵੇਸਟ ਬਣਦਾ ਹੈ ਉਹਨੂੰ ਸਟੋਰ ਕਰਦੀ ਹੈ ਨਾਈਟ੍ਰੋਜੀਨਸ ਵੇਸਟ ਨੂੰ, ਐਲੈਂਟੋਇਸ। ਲਾਸਟ ਇਜ਼ ਯੋਕਸੈਕ। ਯੋਕਸੈਕ ਦਾ ਕੀ ਹੈ, ਇਹ ਐਜ਼ ਅ ਸਾਈਟ ਆਫ ਬਲੱਡ ਸੈਲ ਫੋਰਮੇਸ਼ਨ ਹੈ, ਸਾਈਟ ਆਫ ਬਲੱਡ ਸੈਲ ਫੋਰਮੇਸ਼ਨ ਹੈ, ਰਾਈਟ। ਸੋ 4 ਤਰ੍ਹਾਂ ਦੀਆਂ ਸਟੂਡੈਂਟ ਐਕਸਟਰਾ ਐਂਬਰੀਓਨਿਕ ਮੈਂਬਰੇਨ ਸੀਗੀਆਂ, ਕੋਰੀਅਨ, ਐਮਨੀਅਨ, ਐਲੈਂਟੋਇਸ ਤੇ ਯੋਕਸੈਕ, ਠੀਕ ਹੈ। ਸੋ ਨੈਕਸਟ ਵੀਡੀਓ ਦੇ ਵਿੱਚ ਸਟੂਡੈਂਟਸ ਅਸੀਂ ਜਿਹੜਾ ਟੌਪਿਕ ਸਟਾਰਟ ਕਰਾਂਗੇ ਉਹ ਹੈ ਪਲੇਸੈਂਟਾ ਐਂਡ ਇਟਸ ਫੰਕਸ਼ਨਸ।